ਸਾਡੇ ਇਸ YouTube ਚੈਨਲ ਜੀਨੀਅਸ ਰਾਣੂ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਤੁਸੀਂ ਸੁਣੋਗੇ ਇੱਕ ਸੱਚੀ ਕਹਾਣੀ ਜਿਸ ਦਾ ਨਾਂ ਹੈ ਰੂਹਾਂ ਦਾ ਹਾਣੀ। ਅੱਜ ਵੀ ਮੈਨੂੰ ਯਾਦ ਹੈ ਜਦੋਂ ਅੰਮ੍ਰਿਤਸਰ ਏਅਰਪੋਰਟ ਤੋਂ ਪਾਪਾ ਨੇ ਸਮਾਨ ਵਾਲੀ ਰੇਹੜੀ ਆਖਰੀ ਸਟਾਪ 'ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ ਉੱਚੀ ਸਾਰੀ ਬੋਲ ਪਈ, ਵੇ ਗੁਰਮੁਖ ਸਿਆਂ, ਅਜੇ ਵੀ ਸੋਚ ਵਿਚਾਰ ਕਰ ਲੈ, ਕੱਲੀ ਕਾਰੀ ਨੂੰ ਸੱਤ ਸਮੁੰਦਰ ਪਾਰ ਘੱਲਣ ਲੱਗਾ ਹੈ। ਜੇ ਕੋਈ ਉੱਚੀ ਨੀਵੀਂ ਹੋ ਗਈ ਤਾਂ ਕਿੱਥੇ ਕਿੱਥੇ ਸਫਾਈਆਂ ਦਿੰਦਾ ਫਿਰੇਗਾ। ਉਸਦੀ ਗੱਲ ਸੁਣ ਪਾਪਾ ਨੇ ਭੂਆ ਵਾਲਾ ਸਵਾਲ ਮੇਰੇ ਵੱਲ ਨੂੰ ਤੋਰ ਦਿੱਤਾ। ਮੈਂ ਅੱਗੋਂ ਅੱਖਾਂ ਮੀਚ ਕੇ ਇੱਕ ਆਖਰੀ ਜਿਹੀ ਤਸੱਲੀ ਦਿੱਤੀ ਤਾਂ ਉਹ ਬੇਫਿਕਰ ਜਿਹਾ ਹੋ ਗਿਆ, ਪਰ ਉਸਦੀਆਂ ਅੱਖਾਂ ਅਜੇ ਵੀ ਗਿੱਲੀਆਂ ਸੀ। ਫੇਰ ਕਨੇਡਾ ਦੀ ਧਰਤੀ 'ਤੇ ਉਤਰਦਿਆਂ ਹੀ ਕਿਰਾਏ ਵਾਲੀ ਡੂੰਘੀ ਜਿਹੀ ਬੇਸਮੈਂਟ ਪਹਿਲ ਇੰਜ ਲੱਗਿਆ ਕਰੇ ਕਿ ਸਾਹ ਘੁੱਟ ਕੇ ਮਰ ਜਾਵਾਂਗੀ। ਤੇ ਫਿਰ ਗੱਲ 'ਤੇ ਨੁਕਸ ਕੱਢਦੀ ਮਾਲਕਣ ਆਂਟੀ, ਫੋਨ 'ਤੇ ਗੱਲ ਕਰਦੀ ਦੀਆਂ ਬਿੜਕਾਂ ਰੱਖਦੀ ਉਹਨਾਂ ਦੀ ਬੇਬੇ, ਅੰਤ ਦੀ ਠੰਡ ਵਿੱਚ ਕਈ ਵਾਰੀ ਮਿਸ ਹੋ ਜਾਂਦੀ ਬੱਸ, ਤੇ ਫਿਰ ਸ਼ੀਸ਼ਾ ਬਣੀ ਬਰਫ਼ 'ਤੇ ਤਿਲਕ ਕੇ ਡਿੱਗਦੀ ਹੀ ਅਕਸਰ ਹੀ ਨਿਕਲ ਜਾਂਦੀ ਚੀਕ, ਠੰਡ ਨਾਲ ਸੁੰਨ ਹੋ ਜਾਂਦੇ ਹੱਥ ਪੈਰ ਤੇ ਹੋਰ ਵੀ ਬੜਾ ਕੁਝ। ਫਿਰ ਇੱਕ ਦਿਨ ਤਾਂ ਦਿਮਾਗ ਵੀ ਸੁੰਨ ਜਿਹਾ ਹੋ ਗਿਆ ਜਦੋਂ ਬੱਸ ਵਿੱਚ ਨਾਲ ਦੀ ਸੀਟ 'ਤੇ ਬੈਠੇ ਪਾਪਾ ਦੀ ਉਮਰ ਦੇ ਪੱਗ ਵਾਲੇ ਅੰਕਲ ਨੇ ਮੈਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਕਿ ਤੇਰਾ ਵਿਆਹ ਹੋ ਗਿਆ, ਕੋਈ ਬॉयਫ੍ਰੈਂਡ ਹੈ ਤੇਰਾ, ਬॉयਫ੍ਰੈਂਡ ਤੋਂ ਬਿਨਾਂ ਕਿੱਦਾਂ ਗੁਜ਼ਾਰਾ ਹੁੰਦਾ ਹੈ। ਫਿਰ ਉਸ ਦਿਨ ਆਪਣੇ ਸਟਾਪ ਤੋਂ ਪਹਿਲਾਂ ਹੀ ਉਤਰ ਗਈ। ਫਿਰ ਸ਼ੁਦੈਣਾ ਵਾਂਗ ਕਿੰਨਾ ਹੀ ਚਿਰ ਬਿਨਾਂ ਮੰਜ਼ਿਲ ਦੇ ਤੁਰਦੀ ਗਈ। ਕੰਮ ਦੇ ਚੇਂਜਿੰਗ ਰੂਮ ਵਿੱਚ ਪੁੱਜ ਕੇ ਨਾਲ ਦੀ ਦੇ ਮੋਢੇ 'ਤੇ ਸਿਰ ਰੱਖ ਕੇ ਮਨ ਦਾ ਬੋਝ ਹਲਕਾ ਕੀਤਾ। ਉਸ ਦਿਨ ਮਗਰੋਂ ਹਰੇਕ ਅੱਗਿਓਂ ਤੁਰੇ ਆਉਂਦੇ ਕਿਸੇ ਆਪਣੇ ਨੂੰ ਦੇਖ ਕੇ ਮੈਂ ਰਾਹ ਬਦਲ ਲਿਆ ਕਰਦੀ। ਕਦੇ ਮਾਂ ਬੜੀ ਹੀ ਚੇਤੇ ਆਇਆ ਕਰਦੀ। ਲੱਖ ਕੋਸ਼ਿਸ਼ ਕਰਨ 'ਤੇ ਵੀ ਪਾਪਾ ਨਾਲ ਇਹ ਗੱਲਾਂ ਸ਼ੇਅਰ ਨਹੀਂ ਸੀ ਕਰ ਸਕਦੀ। ਪਤਾ ਨਹੀਂ ਅੱਜ PR ਹੋਣ ਤੋਂ ਮਗਰੋਂ ਪੰਜਾਬ ਵਾਪਸ ਮੁੜਦੀ ਨੂੰ ਜਹਾਜ਼ੇ ਬੈਠਿਆਂ ਇਹ ਸਾਰੀਆਂ ਗੱਲਾਂ ਕਿਉਂ ਚੇਤੇ ਵਿੱਚ ਆ ਰਹੀਆਂ ਸੀ। ਘਰੇ ਪਹੁੰਚੀ ਤਾਂ ਅੱਗਿਓਂ ਸਾਰੀ ਰਿਸ਼ਤੇਦਾਰੀ ਇਕੱਠੀ ਹੋਈ ਬੈਠੀ ਸੀ। ਭੂਆ ਦੀਆਂ ਨਜ਼ਰਾਂ ਮੇਰੇ ਵਜੂਦ ਅੰਦਰੋਂ ਕੁਝ ਹੋਰ ਹੀ ਚੀਜ਼ਾਂ ਟਟੋਲ ਰਹੀਆਂ ਸੀ। ਲਾਂਬੇ ਜਿਹੇ ਕਰਕੇ ਉੱਪਰੋਂ ਥੱਲੇ ਤੱਕ ਮੈਨੂੰ ਨਿਹਾਰਦੀ ਹੋਈ ਪੁੱਛਣ ਲੱਗੀ, ਕੋਈ ਬॉयਫ੍ਰੈਂਡ ਤੇ ਨਹੀਂ ਬਣਾਇਆ। ਮੈਂ ਅੱਗੋਂ ਕੁਝ ਨਾ ਬੋਲੀ, ਪਰ ਮੈਨੂੰ ਕਨੇਡਾ ਵਾਲੀ ਬੱਸ ਵਾਲਾ ਉਹ ਭਾਈ ਚੇਤੇ ਆ ਗਿਆ। ਅਗਲੇ ਦਿਨ ਜਿਸ ਵਾਸਤੇ ਜੋ ਤੋਹਫੇ ਲੈ ਕੇ ਆਈ ਸੀ ਉਹ ਉਹਨਾਂ ਨੂੰ ਦੇ ਦਿੱਤੇ। ਫੇਰ ਜਦੋਂ ਖਾਲੀ ਬੈਗ ਕਿੱਲੀ 'ਤੇ ਟੰਗਣ ਲੱਗੀ ਤਾਂ ਪਾਪਾ ਨੂੰ ਕਿਹਾ ਕਿ ਹੁਣ ਇਸ ਨੂੰ ਭਰਨਾ ਵੀ ਹੋਵੇਗਾ, ਨਹੀਂ ਤਾਂ ਵਾਪਸ ਗਈ ਨੂੰ ਕਈਆਂ ਨੇ ਪੁੱਛਣਾ ਕਿ ਸਾਡੇ ਵਾਸਤੇ ਉੱਧਰੋਂ ਕੀ ਲੈ ਕੇ ਆਈ ਹੈ। ਇਸ ਦੁਨੀਆ ਵਿੱਚ ਹਰੇਕ ਨੂੰ ਹਰ ਚੀਜ਼ ਦੇ ਬਦਲੇ ਕੁਝ ਨਾ ਕੁਝ ਦੇਣਾ ਪੈਂਦਾ ਹੈ, ਸਿਵਾਏ ਮਾਂ ਤੋਂ। ਮਾਂ ਕੁਝ ਨਹੀਂ ਮੰਗਦੀ, ਮਾਂ ਕੁਝ ਵੀ ਨਹੀਂ ਮੰਗਦੀ। ਫਿਰ ਉਸ ਰਾਤ ਕੰਧ 'ਤੇ ਟੰਗੀ ਮਾਂ ਦੀ ਫੋਟੋ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ, ਬਹੁਤ ਸਾਰੇ ਦੁੱਖ ਫਰੋਲੇ, ਬੇਸ਼ੁਮਾਰ ਉਲਾਮੇ ਵੀ ਦਿੱਤੇ, ਤੇ ਫਿਰ ਸੁਪਨੇ ਵਿੱਚ ਨਾਲ ਸੁੱਤੀ ਹੋਈ ਕੋਲੋਂ ਇੱਕ ਇਜਾਜ਼ਤ ਵੀ ਲੈ ਲਈ। ਪਾਪਾ ਬਾਹਰ ਜੌਬ ਕਰਦੇ ਸੀ ਤੇ ਅਸੀਂ ਉਹਨਾਂ ਦੇ ਨਾਲ ਹੀ ਰਹਿੰਦੇ ਸੀ। ਪਾਪਾ ਦੇ ਨਾਲ ਇੱਕ ਹੋਰ ਫੈਮਿਲੀ ਵੀ ਰਹਿੰਦੀ ਸੀ, ਉਹ ਵੀ ਨਾਲ ਜੌਬ ਕਰਦੇ ਸੀ। ਮਾਂ ਦੀ ਉਹ ਆਂਟੀ ਤੇ ਉਹਨਾਂ ਦਾ ਬੇਟਾ, ਮਾਂ ਦੀ ਮੌਤ ਤੋਂ ਬਾਅਦ ਉਹਨਾਂ ਨੇ ਪਾਪਾ ਦੀ ਬਹੁਤ ਮਦਦ ਕੀਤੀ। ਉਹਨਾਂ ਨੇ ਹਮੇਸ਼ਾ ਹੀ ਪਾਪਾ ਨੂੰ ਹੌਸਲਾ ਦਿੱਤਾ, ਤੇ ਉਹ ਅੰਕਲ ਵੀ ਤੇ ਆਂਟੀ ਵੀ, ਉਹਨਾਂ ਨਾਲ ਸਾਡੇ ਪਰਿਵਾਰ ਦਾ ਬਹੁਤ ਪਿਆਰ ਸੀ। ਇੱਕ ਦੋ ਵਾਰ ਉਹਨਾਂ ਨੇ ਪਾਪਾ ਨੂੰ ਇਹ ਵੀ ਕਿਹਾ ਸੀ ਕਿ ਤੈਨੂੰ ਬੇਟੀ ਦੀ ਟੈਨਸ਼ਨ ਹੈ ਨਾ, ਇਹਨੂੰ ਤਾਂ ਮੈਂ ਆਪਣੀ ਧੀ ਬਣਾ ਕੇ ਲੈ ਜਾਵਾਂਗਾ, ਤੂੰ ਇਹਦੀ ਟੈਨਸ਼ਨ ਨਾ ਲੈ। ਉਹ ਸਾਡੇ ਨਾਲੋਂ ਪੈਸੇ ਵਿੱਚ ਚੰਗਾ ਪਰਿਵਾਰ ਸੀ ਤੇ ਪਾਪਾ ਨੂੰ ਇਹ ਰਿਸ਼ਤਾ ਮਾੜਾ ਨਹੀਂ ਸੀ ਲੱਗਦਾ, ਸਗੋਂ ਲੱਗਦਾ ਸੀ ਕਿ ਜੇ ਇਸ ਤਰ੍ਹਾਂ ਹੋ ਜਾਵੇ ਤਾਂ ਮੇਰੀ ਬੇਟੀ ਸਾਰੀ ਉਮਰ ਸੁਖੀ ਰਹੇਗੀ। ਪਤਾ ਨਹੀਂ ਉਹ ਸੰਜੋਗ ਸੀ ਜਾਂ ਕੋਈ ਪਰਮਾਤਮਾ ਦੀ ਮਰਜ਼ੀ। ਜਿਸ ਕਾਲਜ ਵਿੱਚ ਮੈਂ ਕਨੇਡਾ ਪੜ੍ਹਦੀ ਸੀ ਉਹਨਾਂ ਦਾ ਬੇਟਾ ਵੀ ਉਸੇ ਕਾਲਜ ਵਿੱਚ ਹੀ ਪੜ੍ਹਨ ਲਈ ਆ ਗਿਆ। ਇੱਕ ਦਿਨ ਗੱਲਾਂ ਹੀ ਗੱਲਾਂ ਵਿੱਚ
ਜਦੋਂ ਉਸਨੇ ਆਪਣੇ ਮੰਮੀ ਪਾਪਾ ਬਾਰੇ ਦੱਸਿਆ ਤੇ ਮੈਂ ਆਪਣੇ ਬਾਰੇ, ਤਾਂ ਸਾਨੂੰ ਇੱਕ ਦੂਜੇ ਨੂੰ ਜਾਣਨ ਵਿੱਚ ਦੇਰ ਨਾ ਲੱਗੀ। ਸ਼ਾਇਦ ਮੇਰੇ ਪਾਪਾ ਦਾ ਸੁਪਨਾ ਪਰਮਾਤਮਾ ਨੇ ਕਿਤੇ ਨਾ ਕਿਤੇ ਪੂਰਾ ਕਰਨਾ ਸੀ। ਅਗਲੇ ਦਿਨ ਆਪਣੇ ਦਿਓਰ ਦੇ ਮੁੰਡੇ ਦਾ ਰਿਸ਼ਤਾ ਲੈ ਕੇ ਆਈ ਭੂਆ ਨੂੰ ਮੈਂ ਸਪਸ਼ਟ ਕਹਿ ਦਿੱਤਾ ਕਿ ਮੈਂ ਆਪਣੇ ਰੂਹਾਂ ਦਾ ਹਾਣੀ ਲੱਭ ਲਿਆ ਏ। ਅੱਗੋਂ ਬਾਪ ਨੂੰ ਸੰਬੋਧਨ ਹੁੰਦੀ ਆਖਣ ਲੱਗੀ, ਦੇਖ ਲੈ ਗੁਰਮੁਖ ਸਿਆਂ, ਉਹ ਗੱਲ ਹੋਈ ਜਿਹਦਾ ਡਰ ਸੀ। ਪਿਓ ਚੁੱਪ ਸੀ, ਪਰ ਮਾਂ ਦੀ ਤਸਵੀਰ ਨਿੰਮਾ ਮੁਸਕਰਾ ਰਹੀ ਸੀ। ਸ਼ਾਇਦ ਜਿਸ ਨੂੰ ਇੱਕ ਦਿਨ ਦੁੱਧ ਪੀਂਦੀ ਨੂੰ ਚੁੱਪ ਚਪੀਤੇ ਮਗਰ ਛੱਡ ਆਈ ਸੀ, ਉਹ ਅੱਜ ਜ਼ਿੰਦਗੀ ਦੇ ਵੱਡੇ ਫੈਸਲੇ ਲੈਣ ਦੇ ਕਾਬਿਲ ਜੋ ਹੋ ਗਈ ਸੀ। ਤੁਹਾਨੂੰ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਣਾ।